सत श्री अकाल जी। चढ़दी कला टाइम टीवी वेख रहे सारे दर्शकों का स्वागत है। तुसीं देख रहे हो प्रोग्राम सीधी गल प्रोफैसर मनजीत सिंह दे नाल। प्रोफैसर साहब साडे नाल जुड़ चुके हैं। सब तो पहला उन्हों का स्वागत कर लेने हैं। प्रोफैसर साहब जी स्वागत है जी आप जी का। बहुत बहुत शुक्रिया मनदीप जी। जी प्रोफैसर साहब जी असीं शुरुआत करिए जो एक अहम मुद्दा बनया होया है भारत और चीन के विचाले जो तनाव लगातार जारी है। जो 20 भारतीय फौजी शहीद भी हो गए हैं जिन्हों के परिवारों के इस वेले की माहौल होएगा असीं कल्पना भी नहीं कर सकते। तो फिर इस दे नाल ही जिहड़े साडे राजनीतिवान ने उन्होंने वालों लगातार बयान आ रहे हैं जिवें कि राजनाथ सिंह उन्होंने भी कहा है कि जिहड़े फौजियां दी हुण कुर्बानी जिहड़ी व्यर्थ नहीं जाएगी असीं उन्हां दा बदला लवांगे पर फिर जिहड़ा नुकसान तां सैनिकां दा ही होना है। सोनिया गांधी कांग्रेस प्रधान उन्होंने कहा है कि प्रधानमंत्री नरेंद्र मोदी उन्होंने कि तुसीं स्थिति स्पष्ट करो सारे भारत नूं इहदे बारे दसो कि साडी की उत्थे स्थिति है चीन के बॉर्डर के उत्ते ते क्यों इहो जिहे हालात पैदा होए हुए ने। तुसीं की कहोगे जी? हाँ मनदीप, इस सारी घटनाक्रम नूं जे असीं किसी परपेख दे विच नहीं समझांगे, परसपैक्टिव दे विच नहीं समझांगे ते सानूं ये गल समझ नहीं पैनी। जिहदे पिछे दो मुख कारण आ इस घटना दे। एक कारण आ कि असीं जिहड़ी ग्लोबल दुनिया दी सत्ता दे बैलेंस हैगे आ जिहनूं जियोपॉलिटिक्स कहिंदे आ ਉਹਦੇ 'ਚ ਆਪਣੇ ਅਲਾਈਜ਼ बदल ਲਏ। ਅਸੀਂ बहुत पिछले 6 ਸਾਲਾਂ ਤੋਂ ਹੌਲੀ ਹੌਲੀ ਇਜ਼ਰਾਈਲ ਦੇ ਨੇੜੇ ਚਲੇ ਗਏ। ਇਜ਼ਰਾਈਲ ਗਾਂ ਅਮਰੀਕਾ ਦੇ ਨੇੜੇ ਆ, ਅਮਰੀਕਾ ਦੇ ਵੀ ਅਸੀਂ ਬਹੁਤ ਨੇੜੇ ਚਲੇ ਗਏ। ਤੁਹਾਨੂੰ ਪਤਾ ਹੀ ਆ ਕਿ ਫਰਵਰੀ ਦੇ ਵਿੱਚ ਜਿਵੇਂ ਟਰੰਪ ਸਾਹਿਬ ਦੀ ਬੱਲੇ ਬੱਲੇ ਕਰਾਈ ਤੇ ਉੱਥੇ ਉਹਨਾਂ ਦੇ ਜਿੱਤ ਦੇ ਨਾਰੇ ਵੀ ਜਾ ਕੇ ਮੋਦੀ ਜੀ ਜਦੋਂ ਹੌਦੀ ਮੋਦੀ ਹੋਇਆ ਸੀਗਾ ਉੱਥੇ ਅਬ ਕੀ ਵਾਰ ਟਰੰਪ ਸਰਕਾਰ ਦੇ ਵੀ ਨਾਰੇ ਮਾਰ ਆਏ। ਇਹ ਗੱਲਾਂ ਸਾਰੀ ਦੁਨੀਆ ਦੇਖਦੀ ਆ ਕਿ ਇੱਥੇ ਨਵੀਆਂ ਪਿਆਰ ਪੀਂਘਾਂ ਕਿਹੜੀਆਂ ਝੂਟੀਆਂ ਜਾ ਰਹੀਆਂ। ਇਹਦੋਂ ਬਾਅਦ ਤੁਹਾਨੂੰ ਪਤਾ ਕਿ ਜਦੋਂ 4 ਦੇਸ਼ਾਂ ਦੀ ਗਰੁੱਪ ਦੀ ਮੀਟਿੰਗ ਹੋਣੀ ਸੀ ਜਿਸ 'ਚ ਸਾਊਥ ਕੋਰੀਆ, ਆਸਟ੍ਰੇਲੀਆ, ਜਾਪਾਨ ਵੀ ਹੈ, ਉਹਦੇ ਵਿੱਚ ਵੀ ਅਮਰੀਕਾ ਨੇ ਸਪੈਸ਼ਲ 7 ਵੱਲ ਭੰਨ ਕੇ ਇਨਵੀਟੇਸ਼ਨ ਦਿੱਤਾ ਇੰਡੀਆ ਨੂੰ ਕਿ ਤੁਸੀਂ ਵੀ ਵਿੱਚ ਸ਼ਾਮਲ ਹੋਵੋ। ਇਹ ਗੱਲਾਂ ਸਾਰੀਆਂ ਚੀਨ ਸਮਝਦਾ ਕਿ ਉਹਦੀ ਘੇਰਾਬੰਦੀ ਜੀਓਪੋਲਿਟਿਕਸ 'ਚ ਕੀਤੀ ਜਾ ਰਹੀ ਹੈ ਔਰ ਜਿਹੜਾ ਤੇਵਰ ਜਿਹੜੀਆਂ ਅੱਖਾਂ ਫੇਰ ਲਈਆਂ ਆ ਇਸ ਪਾਸਿਓਂ ਔਰ ਜ਼ਿਆਦਾ ਅਮਰੀਕਾ ਦੇ ਨੇੜੇ ਹੋ ਰਹੇ ਆ। ਜਾਪਾਨ ਜਿਹੜਾ ਉਹਨਾਂ ਦਾ ਹਮੇਸ਼ਾ ਦੁਸ਼ਮਣ ਰਿਹਾ ਅਮਰੀਕਾ ਦਾ, ਚੀਨ ਦਾ, ਉਹਨਾਂ ਨੂੰ ਤੁਹਾਨੂੰ ਪਤਾ ਕਿ ਜਿਵੇਂ ਪੁਰਾਣਾ ਇਤਿਹਾਸ ਹੈਗਾ ਲੜਾਈਆਂ ਦਾ ਉਹ ਵੀ, ਔਰ ਜਿਹੜਾ ਸਾਊਥ ਚਾਈਨਾ ਸੀ ਹੈਗਾ ਜਿਹੜੇ ਉਹ ਵੀ ਇੱਕ ਸੀ ਦੀ ਜੀਓਪੋਲਿਟਿਕਸ ਦਾ ਹਿੱਸਾ ਹੈਗਾ। ਉੱਥੇ ਅਮਰੀਕਾ ਦੀ ਇੰਟਰਵੈਂਸ਼ਨ, ਦੂਜਿਆਂ ਦੀ ਈਸਟ ਏਸ਼ੀਅਨ ਕੰਟਰੀਜ਼ ਦਾ ਇਨਕਲੂਡਿੰਗ ਵਿਅਤਨਾਮ ਹੋਰ ਸਾਰੇ ਇਨਵੋਲਵ ਹੋ ਕੇ ਤੇ ਉੱਥੇ ਵੀ ਇੱਕ ਇਹ ਰੇੜਕੇ ਵਾਲੀ ਗੱਲ ਹੈ। ਇਹ ਕੁੱਲ ਮਿਲਾ ਕੇ ਜਿਹੜੀ ਘੇਰਾਬੰਦੀ ਚੀਨ ਸਮਝਦਾ ਕਿ ਭਾਰਤ ਦੂਜੇ ਦੇਸ਼ਾਂ ਦੇ ਨਾਲ ਜਿਹੜੇ ਤਾਕਤਵਰ ਦੇਸ਼ ਹੈਗੇ ਆ ਯੂਰਪੀਅਨ, ਅਮਰੀਕਾ, ਆਸਟ੍ਰੇਲੀਆ, ਜਾਪਾਨ, ਉਹਨਾਂ ਨਾਲ ਰਲ ਕੇ ਮੇਰੀ ਘੇਰਾਬੰਦੀ 'ਚ ਸ਼ਾਮਲ ਹੋ ਰਿਹਾ। ਇੱਕ ਤੇ ਉਹਨੂੰ ਇਹ ਕਿਹੜ ਹੈਗੀ, ਅੰਦਰੋਂ ਚਿੜ ਹੈਗੀ ਆ ਔਰ ਉਸਨੂੰ ਭੈ ਵੀ ਹੈਗਾ। ਦੂਸਰਾ ਜੀ ਸਾਡੇ ਪੁਰ ਤੋਂ ਜਿਸ ਕਿਸਮ ਦੇ ਬਿਆਨ RSS ਦੇ ਚੀਫ ਵੱਲੋਂ ਹੋ ਰਹੇ ਹੈ, ਮੋਹਨ ਭਗਵਤ ਵੱਲੋਂ ਔਰ ਸਾਡੇ ਹੋਰ ਵੀ RSS ਦਾ ਕੱਢ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਅਦਰਵਾਈਜ਼ ਵੀ ਕਹਿ ਰਿਹਾ ਚੀਨੀ ਚੀਜ਼ਾਂ ਦਾ ਬਾਈਕਾਟ ਕਰੋ। ਹੁਣ ਇਸ ਗੱਲ ਦੇ ਉੱਤੇ ਵੀ ਅੱਜ ਵੀ ਬਿਆਨ ਆਇਆ ਕਿ ਜਿਹੜੇ ਸਾਡੇ BSNL ਹੈ ਉਹ 4G ਲਈ ਚੀਨੀ ਇੰਸਟਰੂਮੈਂਟਾਂ ਦੀ ਵਰਤੋਂ ਬੰਦ ਕਰੇ। ਇਹਦਾ ਮਤਲਬ ਇਹ ਆ ਕਿ ਜੇ ਚੀਨ ਨੂੰ ਅਸੀਂ ਜੀਓਪੋਲਿਟਿਕਸ ਦੇ ਵਿੱਚ ਜਿਹੜੇ ਉਹਦੇ ਵਿੱਚ ਵੀ ਘੇਰਾਬੰਦੀ ਕਰਨੀ ਆ, ਅਸੀਂ ਉਹਦੀਆਂ ਚੀਜ਼ਾਂ ਦਾ ਵੀ ਇੱਥੇ ਦੇਣਾ, ਮੰਡੀ ਦਾ ਵੀ ਉਹਦੀ ਦਾ ਇੱਥੇ ਮਤਲਬ ਚੀਜ਼ਾਂ ਵਿਕਣ ਤੋਂ ਬਾਈਕਾਟ ਕਰਨਾ ਆ, ਤੇ ਸਿੱਧੀ ਸਿੱਧੀ ਚੀਨ ਨੂੰ ਚੁਣੌਤੀ ਹੈਗੀ ਹੈ। ਇਸ ਲਈ ਚੀਨ ਇਹ ਗੱਲ ਸੋਚਦਾ ਆ ਕਿ ਮੈਂ ਅਮਰੀਕਾ ਜਾਂ ਹੋਰਨਾਂ ਨਾਲ ਜਿਹੜੇ ਮੇਰੇ ਤੋਂ ਥੋੜੇ ਦੂਰ ਆ ਉਹਨਾਂ ਨਾਲ ਤੇ ਮੈਂ ਬਾਅਦ ਵਿੱਚ ਨਜਿੱਠੂਗਾ, ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਲਾਂ, 2 ਹੱਥ ਕਰ ਲਾਂ। ਉਹਨੇ ਕੀ ਕੀਤਾ ਹੈ ਕਿ ਗੈਲਵਨ ਵੈਲੀ ਦੇ ਵਿੱਚ ਆਪਣੇ ਕਲੇਮ ਅਸਰਸ਼ਨ ਕਰ ਦਿੱਤਾ ਆਪਣੇ ਤੌਰ ਤੇ। ਉਹਦੇ ਨਾਲ ਉਹ 40 ਤੋਂ 60 ਸਕੁਅਰ ਕਿਲੋਮੀਟਰ ਅੱਗੇ ਆ ਗਏ ਆ ਲਾਈਨ ਆਫ ਕੰਟਰੋਲ ਦੇ ਨਾਲ। ਪਾਰ ਨਹੀਂ ਕੀਤੀ ਹੋਵੇ ਭਾਵੇਂ, ਪਰ ਜਿਹੜਾ ਵਿੱਚ ਬਫਰ ਏਰੀਆ ਹੁੰਦਾ ਉਹਦੇ ਤੇ ਕਬਜ਼ਾ ਕਰਕੇ ਉਹ ਕਾਫੀ ਅੱਗੇ ਆਏ ਆ। ਜਿਹੜੀਆਂ ਉੱਥੋਂ ਦੇ ਕੁਝ ਬੰਦੇ ਹੋਰ ਇੰਡੀਪੈਂਡੈਂਟ ਰਿਪੋਰਟਾਂ ਆ ਰਹੀਆਂ ਗੌਰਮੈਂਟਾਂ ਵੱਲੋਂ ਅਜੇ ਇਹਨਾਂ ਦੀ ਕੋਈ ਬਹੁਤੀ ਤਸਦੀਕ ਨਹੀਂ ਕੀਤੀ। ਉਹਦੇ 'ਚ ਕੁਦਰਤੀ ਹੈ ਕਿ ਸਾਡੇ ਡਿਫੈਂਸ ਦੇ ਜਿਹੜੇ ਉੱਥੇ ਸਾਡੇ ਫੌਜੀ ਆ ਉਹਨਾਂ ਨੂੰ ਇਹ ਬਿਲਕੁਲ ਬੁਰਾ ਲੱਗਾ ਕਿ ਇਹ ਅੱਗੇ ਵਧਦੇ ਜਾ ਰਹੇ। ਅੱਗੇ ਪੋਸਟ ਬਣਾ ਲਈ ਇਹਨਾਂ ਨੇ ਨੇੜੇ ਆ ਕੇ ਔਰ ਆਪਣੀ ਅਸਰਸ਼ਨ ਗੈਲਵਨ ਵੈਲੀ ਤੇ ਕਹਿ ਰਹੇ ਆ ਕਿ ਸਾਡੀ ਉਹਦੇ ਤੇ ਹੈਗੀ। ਜੇ ਉਹਦੇ ਤੇ ਉਹ ਪੂਰੀ ਅਸਰਸ਼ਨ ਜਿੱਥੇ ਅੱਜ ਬੈਠੇ ਆ ਤਾਂ ਸਾਡੇ ਡਿਫੈਂਸ ਨੂੰ ਉਹ ਬਹੁਤ ਸਟ੍ਰੈਟਜੀਕਲੀ ਦੌਲਤ ਬੇਗ ਓਲਡੀ ਦੇ ਏਰੀਏ ਦੇ ਵਿੱਚ ਕਮਜ਼ੋਰ ਕਰਦੇ ਜਿਹੜੀ ਅਸੀਂ
ਸ਼ਾਈਲੌਕ ਰਿਵਰ ਦੇ ਨਾਲ 255 ਕਿਲੋਮੀਟਰ ਸੜਕ ਬਣਾਈ ਆ, ਉਹ ਸਿੱਧੀ ਅਟੈਕ ਦੇ ਥੱਲੇ ਚੀਨ ਦੇ ਆਉਂਦੀ ਹੈ। ਹੁਣ ਇਸ ਕਰਕੇ ਇਹ ਜਿਹੜੀ ਪਿੱਛੇ ਸਾਰੀ ਗੱਲ ਸੱਤਾ ਦੇ ਜਿਹੜੇ ਪੂਰਨ ਆਰਥਿਕ ਰਾਜਨੀਤਿਕ ਜੀਓਪੋਲਿਟਿਕਸ ਚੱਲ ਰਹੀ ਆ, ਅਸਲੀ ਜਿਹੜੀ ਪਿੱਛੇ ਦਿਖਦੀ ਨਹੀਂ ਸਾਨੂੰ ਉਹ ਲੜਾਈ ਚੱਲ ਰਹੀ ਹੈ। ਹੁਣ ਜਦੋਂ ਉਹਨਾਂ ਨੇ ਅੱਖਾਂ ਦਿਖਾਈਆਂ, ਕੁਦਰਤੀ ਇੱਕ ਚੁਣੌਤੀ ਦਿੱਤੀ, ਇਹ ਤੇ ਕਿਸੇ ਨੂੰ ਜਾਣ ਬੁੱਝ ਕੇ ਚੁੰਡੀ ਵੱਢਣ ਵਾਲੀ ਗੱਲ ਹੈ। ਅੱਛਾ ਜੇ ਤੁਸੀਂ ਇਹ ਕਰੋਗੇ ਤੇ ਆਓ ਫਿਰ ਅਖਾੜੇ ਚ ਆਓ, ਇਹ ਚੁੰਡੀ ਵੱਢਣ ਵਾਲੀ ਗੱਲ ਹੈ। ਪਰ ਚੰਗੀ ਗੱਲ ਮੈਂ ਇਹ ਕਹੂੰਗਾ ਕਿ ਕੱਲ ਪ੍ਰਧਾਨ ਮੰਤਰੀ ਉਹਨਾਂ ਨੇ ਭਾਵੇਂ ਲੇਟ ਹੀ ਕਾਫੀ ਦੇਰ ਬਾਅਦ, ਕਿਉਂਕਿ 15 ਦੀ ਰਾਤ ਨੂੰ ਇਹ ਸਾਰਾ ਕੁਝ ਹੋਇਆ ਤੇ ਕੱਲ 17 ਸੀ, ਇਹਨਾਂ ਨੇ ਕੱਲ ਵਾਲੀ ਉਹਨਾਂ ਨੂੰ ਸ਼ਰਧਾਂਜਲੀਆਂ ਵੀ ਆਪਣੇ ਸ਼ਹੀਦਾਂ ਨੂੰ ਦਿੱਤੀਆਂ, ਨਾਲੋਂ ਨਾਲ ਇਸ ਗੱਲ ਦਾ ਬਿਆਨ ਵੀ ਦਿੱਤਾ, ਵੀਡੀਓ ਜਾਰੀ ਕੀਤੀ ਹੈਗੀ ਕਿ ਦੇਖੋ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਲੜਾਈ ਨਹੀਂ ਚਾਹੁੰਦੇ, ਪਰ ਸਾਨੂੰ ਕਮਜ਼ੋਰ ਵੀ ਨਾ ਸਮਝਿਆ ਜਾਏ। ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਤੇ ਅਸੀਂ ਜਵਾਬ ਦੇਣਾ ਜਾਣਦੇ ਹਾਂ। ਇਸ ਗੱਲ ਦੀ ਮਤਲਬ ਤੁਸੀਂ ਸਮਝ ਲਓ ਕਿ ਧਮਕੀ ਵੀ ਹੈ ਕਿ ਸਾਨੂੰ ਕਮਜ਼ੋਰ ਨਾ ਸਮਝਿਆ ਜਾਏ। ਨਾਲ ਹੀ ਇਹ ਇਕੱਲੇ ਬਿਆਨਬਾਜ਼ੀ ਤੱਕ ਨਹੀਂ ਹੈ, ਸੱਚੀ ਗੱਲ ਇਹ ਹੈਗੀ ਆ ਕਿ ਬਾਰਡਰ ਦੇ ਉੱਤੇ ਸਾਡਾ 3488 ਕਿਲੋਮੀਟਰ ਲੰਮਾ ਬਾਰਡਰ, ਕਿੱਥੇ ਅਰੁਣਾਚਲ ਆ ਤੇ ਕਿੱਥੇ ਲਦਾਖ ਆ, ਇੱਥੇ ਤੱਕ ਲੱਗਦਾ। ਇਹ ਬੜਾ ਲੰਬਾ ਬਾਰਡਰ ਆ ਔਰ ਸਾਰੇ ਤੇ ਬਹੁਤ ਵੱਡਾ ਤਣਾਅ ਆ ਇਸ ਵੇਲੇ। ਕੱਲ ਸਾਡੇ ਡਿਫੈਂਸ ਮਿਨਿਸਟਰ ਜਿਹੜੇ ਰਾਜਨੀਤ ਸਿੰਘ ਹੁਣੀ, ਉਹਨਾਂ ਨੇ ਆਪਣੇ ਸਾਊਥ ਬਲਾਕ ਦੇ ਵਿੱਚ ਸਾਰੇ ਜਿਹੜੀਆਂ ਤਿੰਨੇ ਸਾਡੀਆਂ ਫੋਰਸਿਸ ਆ ਉਹਨਾਂ ਦੇ ਹੈੱਡ ਨੂੰ, ਇਨਕਲੂਡਿੰਗ ਬਿਪਿਨ ਰਾਵਤ, ਜਿਹੜੇ ਚੀਫ ਆਫ ਡਿਫੈਂਸ ਸਟਾਫ ਨਵੇਂ ਉਹਨਾਂ ਦੀ ਪੋਸਟ ਤਿਆਰ ਕਰਕੇ ਬਣਾਏ ਗਏ ਆ, ਉਹਨਾਂ ਦੀ ਮੀਟਿੰਗ ਹੋਈ ਆ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਫੈਸਲਾ ਇਹੀ ਕੀਤਾ ਕਿ ਤੁਸੀਂ ਅਪਗ੍ਰੇਡ ਕਰੋ ਸਤਰਕਤਾ ਨੂੰ ਔਰ ਆਪਣੀ ਨੇਵੀ ਹੋਰ ਸਾਰੇ ਕਿਸੇ ਨੂੰ ਹਾਈ ਅਲਰਟ ਦੇ ਵਿੱਚ ਪਾਇਆ ਆ। ਇਹਦਾ ਮਤਲਬ ਵੀ ਇਹੀ ਹੈ। ਦੂਜੇ ਪਾਸੇ ਜਿਹੜਾ ਡਿਫੈਂਸ ਫੋਰਨ ਮਿਨਿਸਟਰ ਮੇਰਾ ਖਿਆਲ ਹੈ ਵਾਂਗ ਜੀ ਚੀਨ ਦੇ ਹੈਗੇ ਆ, ਉਹਨਾਂ ਨੇ ਆਪਣੀ ਵੱਲੋਂ ਬਿਆਨ ਦਿੱਤਾ ਕਿ ਅਸੀਂ ਆਪਣੀ ਜਗ੍ਹਾ ਦੇ ਉੱਤੇ ਆ, ਤੁਸੀਂ ਸਾਡੇ ਤੇ ਸਾਨੂੰ ਆ ਕੇ ਸਾਡੀ ਚੌਕੀ ਦੇ ਉੱਤੇ ਲੜਨ ਦੀ ਕੋਸ਼ਿਸ਼ ਕੀਤੀ ਆ। ਇਹ ਤੁਹਾਡੀ ਟ੍ਰੈਸਪਾਸਿੰਗ ਕਹਿ ਲਓ ਜਾਂ ਇੰਟਰੂਜ਼ਨ ਕਹਿ ਲਓ, ਹਾਲਾਂਕਿ ਹੈ ਉਲਟ ਗੱਲ ਜੋ ਮੈਨੂੰ ਸਮਝ ਪੈ ਰਹੀ ਹੈ, ਕਿਉਂਕਿ ਕੋਈ ਬਹੁਤ ਉੱਥੋਂ ਚੰਗੀਆਂ ਅਜੇ ਹੌਲੀ ਖਬਰਾਂ ਹੋਰ 2 ਦਿਨ 'ਚ ਸਾਰੀਆਂ ਕਲੀਅਰ ਹੋ ਜਾਣਗੀਆਂ। ਇਸ ਗੱਲ ਨੂੰ ਉਹ ਕਹਿ ਰਹੇ ਆ ਕਿ ਤੁਸੀਂ ਸਾਡੀ ਦਾਦਾਗਿਰੀ ਨੂੰ ਚੁਣੌਤੀ ਕਿਉਂ ਕਰ ਰਹੇ, ਮੋਟੇ ਤੌਰ ਤੇ ਚੀਨ ਇਹ ਕਹਿ ਰਿਹਾ, ਤੇ ਉਹਨਾਂ ਨੇ ਵੀ ਅੱਗਿਓਂ ਧਮਕੀ ਵਾਲੀ ਗੱਲ ਕਹੀ ਹੈ ਕਿ ਸਾਨੂੰ ਕਮਜ਼ੋਰ ਉਸ ਕਿਸਮ ਦਾ ਨਾ ਸਮਝਿਆ ਜਾਏ। ਇਸ ਕਰਕੇ ਇਸ ਗੱਲ ਨੂੰ ਤੇ ਬਿਲਕੁਲ ਕੋਈ ਦੋ ਰਾਏ ਨਹੀਂ ਕੀਤੀ ਜਾ ਸਕਦੀ ਕਿ ਇਸ ਵੇਲੇ ਮਾਹੌਲ ਬੜਾ ਤਣਾਅਪੂਰਵਕ ਆ। ਔਰ ਦੂਜੇ ਪਾਸੇ ਸਾਡਾ ਪਹਿਲਾਂ ਹੀ ਅਰਥ ਵਿਵਸਥਾ ਵਾਲਾ ਜਿਹੜਾ ਉਹ ਕਾਫੀ ਤੁਹਾਨੂੰ ਪਤਾ ਚੱਲ ਹੀ ਰਿਹਾ ਹੈ ਗੇੜਾ, ਅਸੀਂ ਕਾਫੀ ਇਸ ਪੱਧਰ ਦੇ ਉੱਤੇ ਚੁਣੌਤੀਆਂ ਫੇਸ ਕਰ ਰਹੇ ਹਾਂ। ਇਹ 2 ਚੁਣੌਤੀਆਂ ਕਰੋਨਾ ਵਾਇਰਸ ਦੇ ਨਾਲ, ਸਾਡੀ ਬੇਰੁਜ਼ਗਾਰੀ ਤੇ ਹੋਰ ਅਰਥ ਵਿਵਸਥਾ ਦੇ ਸੰਕਟ ਦੇ ਨਾਲ, ਇਹ ਤੀਜੀ ਚੁਣੌਤੀ ਸਾਨੂੰ ਲਦਾਖ ਜਾਂ ਪੂਰੇ ਹੀ ਚਾਈਨਾ ਦੇ ਬਾਰਡਰ ਦੇ ਨਾਲ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ। ਔਰ ਮੇਰਾ ਖਿਆਲ ਹੈ ਕਿ ਸਮੁੱਚਾ ਦੇਸ਼ ਜੇ ਉਸ ਨੂੰ ਲਗਾਤਾਰ ਇਸ ਗੱਲ ਦੇ ਉੱਤੇ ਨਾਲ ਕੋਆਪਰੇਸ਼ਨ ਲਿਆ ਜਾਊਗਾ, ਉਹਨਾਂ ਨੂੰ ਇਨਫਾਰਮਡ ਰੱਖਿਆ ਜਾਊਗਾ, ਉਹਨਾਂ ਤੋਂ ਗੱਲ ਕੋਈ ਛਪਾਈ ਨਹੀਂ ਜਾਊਗੀ, ਚੁੱਪ ਚਪੀਤੇ ਕੁਛ ਨਹੀਂ ਹੁੰਦਾ, ਸਾਰੇ ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਐਡੇ ਵੱਡੇ 3 ਧਿਰੀ ਜਿਹੜੀ ਲੜਾਈ ਆ ਉਸ ਨੂੰ ਅਸੀਂ ਮੁਕਾਬਲਾ ਕਰ ਸਕਾਂਗੇ। ਮੈਂ ਇੱਥੇ ਇੱਕ ਗੱਲ ਜ਼ਰੂਰ ਦੱਸ ਦਿਆਂ ਕਿ ਚੀਨ ਦੇ ਅੰਦਰ ਜਿਵੇਂ ਸਾਡੇ ਜਦੋਂ ਪਾਕਿਸਤਾਨ ਨਾਲ ਲੜਾਈ ਲੱਗਦੀ ਸੀ ਜਾਂ ਕਦੇ ਚੀਨ ਨਾਲ ਨਰਿੰਦਰ ਬੀਬਾ ਨੂੰ ਰਣ ਗਗਨ ਦਾ ਮਾਮਾ ਵੱਜਿਆ ਸਿੰਘੋ ਸਰਦਾਰੋ, ਬੜਾ ਮਤਲਬ ਸਿੰਘਾਂ ਨੂੰ ਜਿਹੜਾ ਇਸ ਗੱਲ ਦਾ ਝਮਲਾਇਆ ਵੀ ਜਾਂਦਾ ਸੀ ਕਿ ਤਕੜੇ ਹੋ ਜਾਓ, ਹੁਣ ਗੋਲੀ ਖਾਣ ਦਾ ਵੇਲਾ, ਅੱਗੇ ਬਾਰਡਰ ਤੇ ਚੱਲੋ। ਤਾਂ ਇਹ ਚਾਂਬਲ ਵੀ ਜਾਂਦੇ ਆ ਤੇ ਇਹ ਮਤਲਬ ਉਹ ਬਹਾਦਰੀ ਦਿਖਾਉਂਦੇ ਵੀ ਹੈ ਤੇ ਚੰਗੀ ਗੱਲ ਵੀ ਹੈਗੀ ਆ, ਦੇਸ਼ ਲਈ ਰੱਖਿਆ ਕਰਨੀ ਚਾਹੀਦੀ ਆ, ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਆ। ਉਧਰ ਵੀ ਇਹੋ ਕੁਝ ਚੱਲ ਰਿਹਾ ਚੀਨ ਦੇ ਅੰਦਰ, ਕਾਫੀ ਦੇਰ ਤੋਂ ਉਹਨਾਂ ਨੇ ਦੇਸ਼ ਭਗਤੀ ਦਾ ਪਾਰਾ ਜਿਹੜਾ ਕਾਫੀ ਚੜਾ ਦਿੱਤਾ ਹੋਇਆ। ਔਰ ਇਹਦਾ ਮਤਲਬ ਇਹ ਹੈ ਕਿ ਉੱਥੇ ਵੀ ਅੰਦਰੂਨੀ ਤੌਰ ਤੇ ਇੱਕ ਯੁੱਧ ਦਾ, ਜੰਗ ਦਾ ਮਾਹੌਲ ਬਣਾਇਆ ਜਾ ਰਿਹਾ। ਇਹ ਹੋਰ ਵੀ ਫਿਕਰਮੰਦੀ ਦੀ ਗੱਲ ਆ। ਸੋਨੀਆ ਗਾਂਧੀ ਦੀ ਜਿਹੜੀ ਤੁਸੀਂ ਸਟੇਟਮੈਂਟ ਕਹੀ ਆ ਉਹ ਬਿਲਕੁਲ ਵਾਜਬ ਆ। ਇਸ ਵੇਲੇ ਮਾਹੌਲ ਇਹ ਬਣ ਗਿਆ ਆ ਮਨਦੀਪ ਜੀ ਕਿ ਜਿਹੜਾ ਵੀ ਕੋਈ ਮਾੜੀ ਜੀ ਗੱਲ ਕਹਿ ਦਿੰਦਾ ਕਿ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਦਿਓ ਉੱਥੇ ਕੀ ਹੋ ਰਿਹਾ, ਸਾਨੂੰ ਲੱਗਦਾ ਕਿ ਸਾਡੇ ਦੇਸ਼ ਦੀ ਕੁਝ ਜਗ੍ਹਾ ਮੱਲ ਲਈ ਹੈ, ਕੀ ਮੱਲ ਲਈ ਹੈ ਕਿ ਨਹੀਂ ਮੱਲ ਲਈ, ਕੀ ਹੈ, ਅਸੀਂ ਉਹਨਾਂ ਨੂੰ ਦਬਕਾਉਣਾ ਚਾਹਿਆ ਜਾਂ ਉਹ ਅੱਗੇ ਵਧ ਰਹੇ ਸੀ, ਅਸੀਂ ਉਹਨਾਂ ਨੂੰ ਰੋਕਣਾ ਚਾਹਿਆ। ਇਹ ਗੱਲਾਂ ਦਾ ਫਰਕ ਆ ਨਾ। ਜੇ ਇਹ ਮੇਰਾ ਖਿਆਲ ਡੈਮੋਕ੍ਰੇਸੀ 'ਚ ਕਿਸੇ ਵੀ ਬੰਦੇ ਦਾ ਅਧਿਕਾਰ ਆ, ਉਸ ਨੂੰ ਰਾਜਨੀਤੀ ਦੇ ਰੂਪ ਨਾਲ ਨਹੀਂ ਦੇਖਣਾ ਚਾਹੀਦਾ, ਦੇਸ਼ ਭਗਤੀ ਦੇ ਰੂਪ ਨਾਲ ਦੇਖਣਾ ਚਾਹੀਦਾ। ਦੇਸ਼ ਭਗਤ ਇਕੱਲੀ ਕੋਈ ਇੱਕ ਪਾਰਟੀ ਜਾਂ ਸਰਕਾਰ ਹੀ ਨਹੀਂ ਹੁੰਦੀ, ਦੇਸ਼ ਭਗਤ
हर वो इंसान जिहड़ा उस धरती का नमक खांदा, रोटी पानी खांदा, जिथे दा आनंद माणदा, सुख आज़ादी माणदा, वो हर कोई उहदा शुभ चिंतक है। ते सारे देश के लोगों को साफ साफ गल डेमोक्रेसी के अंदर दसनी चाहिए। चीन च भावें वो दसन ना दसन, उन्हां दा राज होर किस्म दा हैगा। इसलिए इस गल नूं ये कहना कि देखो साडे ते शक कीता जांदा, तुसीं इस वेले इहो जी गल ही क्यों करदे, ये बड़ियां बेतुकियां बेहूदा गल्लां आ। इस तरह नहीं लेना चाहिए, सब लोगों को लेना चाहिए। चंगी गल ये है कि सर्व पार्टी मीटिंग ये ते सद्दी भी गई है, ये इस गल की मंग भी सी कि मेरा ख्याल 19 तरीक नूं मीटिंग होगी। इसलिए ये जिहड़ियां सारियां पार्टियां नूं इस गल की सहमति प्रगट करके, क्योंकि देश की प्रभुसत्ता का, देश की इंटीग्रिटी का मामला आ, तो सब नूं नाल लैके चलना चाहिए। मनदीप ਪ੍ਰੋਫੈਸਰ ਸਾਹਿਬ, ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਥੋੜਾ ਜ਼ਿਕਰ ਕਰ ਵੀ ਦਿੱਤਾ ਸੀ ਕਿ ਪੰਜਾਬੀ ਖਾਸ ਤੌਰ ਤੇ ਭਾਵੁਕ ਹੋ ਜਾਂਦੇ ਨੇ ਕੁਰਬਾਨੀ ਕਰਨ ਲਈ, ਗੋਲੀ ਖਾਣ ਦੇ ਲਈ ਅੱਗੇ ਤਿਆਰ ਹੋ ਜਾਂਦੇ ਨੇ ਦੇਸ਼ ਕੌਮ ਦੇ ਲਈ। ਸੋ ਇਸੇ ਤਰ੍ਹਾਂ ਜੋ ਪੰਜਾਬ ਦੇ 4 ਜਵਾਨ ਵੀ ਸ਼ਹੀਦ ਹੋਏ ਨੇ, ਜਿਹੜੇ 20 ਜਵਾਨ ਸ਼ਹੀਦ ਹੋਏ ਚੀਨ ਤੇ ਭਾਰਤ ਦੇ ਦਰਮਿਆਨ ਤਣਾਅ ਦੇ ਵਿਚਾਲੇ, ਜਿਨ੍ਹਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਦੀ ਗੱਲ ਕਹੀ ਹੈ ਅਤੇ ਸਰਕਾਰੀ ਨੌਕਰੀ ਦੇਣ ਦੀ ਵੀ ਗੱਲ ਕਹੀ ਹੈ। ये बिल्कुल टुकदा बनता है। उत्थे उन्होंने इस गल की जी बिल्कुल आर्थिक सहायता जरूर दी जाऊगी। ਜਿਹੜੇ सीनियर रैंक के बंदे उन्होंने 12-12 लाख ਜਿਹੜੇ सिपाही है साडे, उन्होंने भी कुछ ना कुछ जो भी सरकारी बनता हैगा दिता जाऊगा और एक नौकरी दी जाऊगी। पर मैनू लगता घर के अंदर जिस किस्म का लोगों का इमोशनल भावनात्मक लॉस हो जाता जो जी एक घर चो चले जाता, वो भी नौजवान खास करके चले जाता, ਉਹਦਾ ਜਿਹੜਾ ਕਾਪਾ ਜਾਂ ਪਾੜਾ ਪੈਂਦਾ ਪਰਿਵਾਰ ਦੇ ਵਿੱਚ, ਉਹ ਹਮੇਸ਼ਾ ਹਮੇਸ਼ਾ ਲਈ ਪੈ ਜਾਂਦਾ। ਠੀਕ ਹੈ, ਪਰ ਸਰਕਾਰਾਂ ਵੱਲੋਂ ਇਹੋ ਜਿਹੀ ਹੌਸਲਾ ਅਫਜ਼ਾਈ ਇਹ ਦੱਸਦੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਜੇ ਇਸ ਦੇਸ਼ ਦੀ ਰੱਖਿਆ ਦੇ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈਗੀ ਆ। ਅਸੀਂ ਵੀ ਉਹਨਾਂ ਨੂੰ ਇਸ ਜਿੱਥੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ, ਅਸੀਂ ਵੀ ਇਸ ਗੱਲ ਦੇ ਵਿੱਚ ਸ਼ਰਧਾਂਜਲੀ ਦਿੰਦੇ ਹਾਂ, ਜਿੱਥੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਦੇ ਉੱਤੇ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮਾਤਮਾ ਅੱਗੇ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਵੇਲੇ ਸਦਮੇ ਦਾ ਜਿਹੜਾ ਉਹਨੂੰ ਸਾਹਮਣੇ ਕਰਨ ਦੇ ਵਿੱਚ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ। ਮੰਦੀ ਜੀ ਪ੍ਰੋਫੈਸਰ ਸਾਹਿਬ, ਸੱਚਮੁੱਚ ਹੀ ਬੜੇ ਭਾਵਕ ਦ੍ਰਿਸ਼ ਸੀ। ਜਦੋਂ ਇਹ ਤਾਂ ਕਿਸੇ ਵੀ ਪਰਿਵਾਰ ਦੇ ਵਿੱਚ ਜਦੋਂ ਵੀ ਇੱਕ ਪਰਿਵਾਰ ਦਾ ਜੀ ਜਾਂਦਾ ਹੈ ਤੇ ਨਾਰਮਲ ਹੋ ਜਾਂਦੇ ਨੇ, ਪਰ ਜਦੋਂ ਕੋਈ ਦੇਸ਼ ਕੌਮ ਦੇ ਲਈ ਕੁਰਬਾਨ ਹੁੰਦਾ ਤਾਂ ਸਾਰਾ ਦੇਸ਼ ਉਸ ਪਰਿਵਾਰ ਦੇ ਨਾਲ ਖੜਦਾ ਹੈ, ਕਿਉਂਕਿ ਉਹਨਾਂ ਨੇ ਇਕੱਲਿਆਂ ਵਾਸਤੇ ਜਾਂ ਆਪਣੀ ਕੋਈ ਨਿੱਜੀ ਰੰਜਿਸ਼ ਦੇ ਲਈ ਜਿਹੜਾ ਹੈ ਉਹਨਾਂ ਦੇ ਜਿਹੜਾ ਕਤਲ ਜਾਂ ਉਹਨਾਂ ਨੂੰ ਗੋਲੀ ਨਹੀਂ ਲੱਗੀ, ਉਹਨਾਂ ਦੀ ਕੁਰਬਾਨੀ ਨਹੀਂ ਹੋਈ। ਸੱਚਮੁੱਚ ਹੀ ਦੇਸ਼ ਨੂੰ, ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਇਹਨਾਂ ਜਵਾਨਾਂ ਦੇ ਨਾਲ ਖੜਨਾ ਚਾਹੀਦਾ। ਹੁਣ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਅਕਾਲੀ ਦਲ ਨੇ ਹੁਣ ਇੱਕ ਨਵਾਂ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਹੈ ਜੀ ਕਾਂਗਰਸ ਤੇ। ਉਹ ਕਹਿੰਦੇ ਨੇ ਕਿ ਜਿਹੜੇ ਮੰਡੀਕਰਨ ਦੇ ਮੁੱਦੇ ਤੇ ਕਾਂਗਰਸ ਵਾਲੇ ਇੰਨਾ ਰੌਲਾ ਪਾ ਰਹੇ ਨੇ ਕਿ ਸੈਂਟਰ ਵਾਲੇ ਜਿਹੜੇ ਨੇ ਹਮੇਸ਼ਾ ਹੀ ਆਪਣੀਆਂ ਨੀਤੀਆਂ ਦੇ ਨਾਲ ਖੇਤੀਬਾੜੀ ਨੂੰ, ਕਿਸਾਨਾਂ ਨੂੰ ਖਤਮ ਕਰਨ ਦੀ ਯੋਜਨਾ ਬਣਾਉਂਦੇ ਨੇ। ਉਹ ਕਹਿੰਦੇ ਨੇ ਕਿ ਅਸਲ ਵਿੱਚ ਇਹ ਯੋਜਨਾ ਜਿਹੜੀ ਹੈ 2017 ਵਿੱਚ ਕਾਂਗਰਸ ਵੱਲੋਂ ਲਿਆਂਦੀ ਗਈ ਸੀ, ਜਦੋਂ ਪ੍ਰਾਈਵੇਟ ਲੋਕਾਂ ਨੂੰ ਮੰਡੀਕਰਨ ਦੇ ਵਿੱਚ ਸ਼ਾਮਲ ਕਰਦੇ ਹੋਏ ਜਿਣਸ ਮੰਡੀਕਰਨ ਐਕਟ ਲਿਆਂਦਾ ਗਿਆ ਸੀ। ਇਹ ਚੀਮਾ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਡਿਟੇਲ ਦਿੱਤੀ ਹੈਗੀ ਆ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਹਮਲਾ ਕੀਤਾ ਕਿ ਇਹ ਤੇ ਬੀ ਟੀਮ ਆ, ਉਹ ਜਿਹੋ ਜਿਹੀ ਉਹ ਬੋਲੀ ਬੋਲਦੇ ਆ, ਇਸ ਤਰ੍ਹਾਂ ਹੀ ਇਹ ਬੀਜੇਪੀ ਦੇ ਵਿਰੁੱਧ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਬੋਲਣ ਲੱਗ ਜਾਂਦੀ। ਪਰ ਮੈਨੂੰ ਇਹ ਗੱਲ ਦੇਖੋ ਕਿਸੇ ਹੱਦ ਤੱਕ ਚੀਮਾ ਸਾਹਿਬ ਦੀ ਠੀਕ ਆ। ਕਾਂਗਰਸ ਕੋਈ ਦੁੱਧ ਧੋਤੀ ਨਹੀਂ, ਕਿਸੇ ਨੂੰ ਕੋਈ ਭੁਲੇਖਾ ਨਾ ਹੋਣਾ ਚਾਹੇ। ਜੋ ਅੱਜ ਮੋਦੀ ਸਰਕਾਰ ਵੱਡੇ ਵੱਡੇ ਲਿਬਰਲਾਈਜੇਸ਼ਨ ਦੇ ਜਾਂ ਨਿੱਜੀਕਰਨ ਦੇ ਰਿਫਾਰਮ ਲੈ ਕੇ ਆ ਰਹੀ ਹੈ, ਉਹ ਸਾਰੀ ਦੀ ਸਾਰੀ ਸ਼ੁਰੂਆਤ ਜਾਂ ਉਹਦਾ ਜਿਹੜਾ ਆਧਾਰ ਬਣਾਇਆ ਉਹ ਕਾਂਗਰਸ ਨੇ ਦਿੱਤਾ। ਪਿਛਲੇ 25 ਸਾਲਾਂ ਦੇ ਵਿੱਚ 1991 ਤੋਂ ਬਾਅਦ 25-30 ਸਾਲਾਂ 'ਚ ਇਹਨਾਂ ਨੇ ਆਧਾਰ ਪ੍ਰੋਵਾਈਡ ਕੀਤਾ। ਉਦੋਂ ਬਾਅਦ 2014 ਵਿੱਚ ਉਸ ਗੱਲ ਦੀ ਸਪੀਡ ਨੂੰ ਲਗਾਤਾਰ ਵੱਡੇ ਪੱਧਰ ਤੇ ਪੈਮਾਨਾ ਵਧਾ ਦਿੱਤਾ, ਉਹਦੀ ਸਪੀਡ ਵੀ ਵਧਾਤੀ। ਉਹ ਮੋਦੀ ਜੀ ਦੀ ਕੰਟਰੀਬਿਊਸ਼ਨ ਜ਼ਰੂਰ ਹੈ, ਜਾਨੀ ਦੇਸ਼ ਦੇ ਅੰਦਰ ਪੱਠਾ ਬਿਠਾਉਣ ਦੀ ਸਪੀਡ ਵਧਾਤੀ ਆ। ਪਰ ਇਹ ਗੱਲ ਬਿਲਕੁਲ ਚੀਮਾ ਜੀ ਦੀ ਠੀਕ ਹੈ ਕਿ 2017 'ਚ ਉਹਨਾਂ ਨੇ ਇਸ ਕਿਸਮ ਦੇ ਤਬਦੀਲੀਆਂ ਜਿਹੜੇ ਮੰਡੀਕਰਨ ਦੀਆਂ ਲਿਆਂਦੀਆਂ, ਈ ਕਮਰਸ ਦੀਆਂ ਵੀ ਗੱਲਾਂ ਕੀਤੀਆਂ। ਇਹ ਸ਼ੁਰੂਆਤ ਇਸ ਤਰ੍ਹਾਂ ਹੈਗੀ ਹੈ ਵਿੱਚੋਂ ਵਿੱਚ। ਪਰ ਹੁਣ ਕਿਉਂਕਿ ਰਾਜਨੀਤੀ ਦਾ ਸਵਾਲ ਹੈ, ਸਵਾਲ ਇਕੱਲਾ ਕਾਂਗਰਸ ਦਾ ਨਹੀਂ ਹੈ। ਕੀ ਇਹ ਹੁਣ ਆਪਣੇ ਆਪ ਨੂੰ ਕਾਂਗਰਸ ਨਾਲ ਕੰਪੇਅਰ ਕਰਨਗੇ? ਇਹ ਕੀ ਹੁਣ ਬੀਜੇਪੀ ਨਾਲ ਪੂਛ ਬਣ ਕੇ ਰਹਿਣਗੇ? ਤੁਸੀਂ ਆਪਣੇ ਆਪ ਨੂੰ ਤੇ ਦੇਖੋ ਕਰ ਕੀ ਰਹੇ ਹੈ। ਜੇ ਕਾਂਗਰਸ ਨੇ ਕੀਤਾ ਵੀ ਹੈ ਤੇ ਤੁਹਾਡਾ ਰੋਲ ਕੀ ਹੈ? ਇਹਦਾ ਮਤਲਬ ਤੁਸੀਂ ਹੁਣ ਇਸ ਗੱਲ ਦਾ ਇਹ ਕਹੋਗੇ ਕਿ ਹਾਂ ਤਾੜੀ ਮਾਰੋਗੇ ਕਿ ਤੁਸੀਂ ਇਹਨਾਂ ਨੇ ਸ਼ੁਰੂ ਤੇ ਕਰ ਦਿੱਤਾ, ਹੁਣ ਇਹਨੂੰ ਸਿਰੇ ਲਾ ਦਿਓ ਬੀਜੇਪੀ ਨੂੰ, ਇਸ ਗੱਲ ਦੀ ਤੁਸੀਂ ਸਹਾਰਾ ਬਣੋਗੇ?
ਆਪਣੀ ਗੱਲ ਕਰੋ, ਤੁਸੀਂ ਆਪ ਤੁਹਾਡਾ ਜੀ ਬਿਲਕੁਲ ਹੀ ਸਟੈਂਡ ਗਲਤ ਹੈਗਾ ਆ। ਇਸ ਕਰਕੇ ਉਹ ਤੁਹਾਡੀ ਜਿਹੜੀ ਆਪਣੀ ਬੇਕਰਤੂਤੀ ਆ ਉਹਦੇ ਤੇ ਕਿਸੇ ਵੀ ਤਰੀਕੇ ਨਾਲ ਪਰਦਾ ਨਹੀਂ ਪਾਇਆ ਜਾ ਸਕਦਾ। ਕਾਂਗਰਸ ਤੇ ਪਹਿਲਾਂ ਹੀ ਪੰਜਾਬ ਦੇ ਅੰਦਰ ਕੋਈ ਬਹੁਤਾ ਉਹਦਾ ਝੰਡਾ ਝੁਲਦਾ ਨਹੀਂ, ਇੰਨਾ ਗੱਲ ਕਰਕੇ ਜਦੋਂ ਦਾ ਤੁਹਾਨੂੰ ਪਤਾ 84 ਵਾਲਾ ਸਾਰਾ ਕੁਝ ਹੋਇਆ, ਉਦੋਂ ਬਾਅਦ ਹੋਇਆ, ਲਗਾਤਾਰ ਹੋਇਆ, ਕੋਈ ਵੀ ਪੰਜਾਬ ਦੇ ਅੰਦਰ ਕਾਂਗਰਸ ਨੂੰ ਉਸ ਤਰੀਕੇ ਨਾਲ ਸਤਿਕਾਰਦਾ ਨਹੀਂ ਹੈ। ਪਰ ਇਸ ਗੱਲ ਦੀ ਉਮੀਦ ਅੱਜ ਦੀ ਡੇਟ ਦੇ ਵਿੱਚ ਵੀ ਅਕਾਲੀਆਂ ਤੋਂ ਕੀਤੀ ਜਾਂਦੀ ਹੈ ਕਿ ਇਹ ਆਪਣਾ ਰਸਤਾ ਜੇ ਸੁਧਾਰਨ ਤਾਂ ਉਸ ਦਾ ਪੰਜਾਬ ਨੂੰ ਫਾਇਦਾ ਹੋਊ। ਜੋ ਇਹਨਾਂ ਦਾ ਓਰੀਜਨਲ ਪ੍ਰੋਗਰਾਮ ਸੀ ਉਹਦੇ ਤੇ ਆਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖਣ। ਮਨਦੀਪ ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਬਹਿਬਲ ਕਲਾਂ ਗੋਲੀकांड ਦੀ ਗੱਲ ਕਰ ਲਈਏ ਤਾਂ ਜੇ ਅਕਾਲੀਆਂ ਦੀ ਗੱਲ ਕੀਤੀ ਹੈ ਤਾਂ ਇਸ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਿਆ ਜਾਂਦਾ ਸੀ, ਕਿਉਂਕਿ ਉਸ ਵੇਲੇ ਉਹਨਾਂ ਦੀ ਸੱਤਾ ਸੀ। ਹਾਲੇ ਤੱਕ 2015 ਵਿੱਚ ਇਹ 2 ਸਿੱਖ ਨੌਜਵਾਨਾਂ ਦੀ ਜਿਹੜੀ ਹੈ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ, ਹਾਲੇ ਤੱਕ ਕੋਈ ਜਿਹੜੀ ਹੈ ਜਾਂਚ ਸਿਰੇ ਨਹੀਂ ਚੜੀ ਜੀ। ਕਿਹੜੀ ਦੀ ਚਾਲ ਚੱਲ ਰਹੀ ਹੈ ਜਾਂਚ, ਜੇ ਅਸੀਂ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਹੁਣ ਸੁਹੇਲ ਸਿੰਘ ਬਰਾੜ ਦੀ ਗ੍ਰਿਫਤਾਰੀ ਹੋਈ ਹੈ ਜੀ। ਕੀੜੀ ਦੀ ਚਾਲ ਵੀ ਨਹੀਂ, ਕੀੜੀ ਵੀ ਭੁੱਖੀ ਆ, ਉਹ ਕੋ ਤੁਰਿਆ ਨਹੀਂ ਜਾਂਦਾ, ਡਿੱਗ ਡਿੱਗ ਕੇ ਤੁਰ ਰਹੀ ਆ। ਮਤਲਬ ਇੰਨਾ ਬੁਰਾ ਹਾਲ ਆ। ਬਿਲਕੁਲ ਜੀ, ਕੀੜੀ ਦਾ ਪੇਟ ਪਹਿਲਾਂ ਹੀ ਛੋਟਾ ਹੁੰਦਾ, ਉਹ ਜੇ ਉਹ ਭੁੱਖੀ ਹੋਊਗੀ ਤੇ ਇਹਦਾ ਮਤਲਬ ਕੁਝ ਵੀ ਨਹੀਂ ਚੱਲ ਰਹੀ। ਤੇ ਇਸ ਕਰਕੇ ਮਨਦੀਪ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਅਫਸੋਸ ਵਾਲੀ ਗੱਲ ਆ। 5 ਸਾਲ ਹੋ ਗਏ ਆ, ਪੁਲਿਸ ਨੇ ਗੋਲੀਆਂ ਮਾਰੀਆਂ, ਪਤਾ ਕਿੰਨੇ ਮਾਰੀਆਂ, ਸਾਰੇ ਸ਼ੈਲ ਲੈ ਗਏ, ਸਾਰਾ ਕੁਝ ਲੈ ਗਏ ਆ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਦੋਵੇਂ ਹੀ ਪਾਰਟੀਆਂ ਇੱਕ ਨਾ ਇੱਕ ਦੂਜੇ ਦੇ ਨਾਲ ਰਾਜਨੀਤੀ ਤੇ ਕਰੀ ਜਾ ਰਹੀਆਂ। ਇਸ ਮੁੱਦੇ ਤੇ ਘੇਸੜ ਮਾਰੀ ਜਾਂਦੀਆਂ, ਜਾਣ ਬੁੱਝ ਕੇ ਟਾਲੀ ਜਾਂਦੀਆਂ। ਪੁਲਿਸ ਤੇ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦਾ, ਕਿਉਂਕਿ ਉਸੇ ਪੁਲਿਸ ਨੂੰ ਨਾਲ ਲੈ ਕੇ ਸਰਕਾਰਾਂ ਆਪ ਮੌਜਾਂ ਕਰਦੀਆਂ ਹਰ ਵਾਰੀ। ਉਹੀ ਸਮੇਤ ਸੈਣੀ ਸੀ ਉਦੋਂ ਜਦੋਂ ਇਹ ਸਾਰਾ ਕੁਝ ਹੁੰਦਾ, ਤੇ ਬਾਅਦ ਵਿੱਚ ਉਹਨਾਂ ਨੂੰ ਬਦਲਣਾ ਵੀ ਪੈਂਦਾ। ਇਹ ਸਾਰੀਆਂ ਗੱਲਾਂ ਵਿੱਚੇ ਕਾਲੇ ਮਾਲੇ ਹੈਗੇ ਆ। ਇਹਦਾ ਕੀ ਕਰੋਗੇ? ਮੇਰਾ ਤੇ ਖਿਆਲ ਹੈ ਕਿ ਇੱਕ ਵਾਰੀ ਤੇ ਲੋਕਾਂ ਨੇ ਬਹੁਤ ਵੱਡਾ ਹੱਲਾ ਬੋਲਿਆ ਸੀ। ਮੈਂ ਸਾਰੇ ਪੰਜਾਬ 'ਚ ਉਦੋਂ ਘੁੰਮ ਕੇ ਅਸੀਂ ਟੀਮਾਂ ਬਣਾ ਕੇ ਗਏ ਸੀਗੇ ਜਦੋਂ ਇਹ ਸਾਰਾ ਕੁਝ ਵਾਪਰਿਆ। ਸਾਰਾ ਪੰਜਾਬ ਉੱਠਿਆ ਸੀ, ਜਿਸ ਤਰ੍ਹਾਂ ਚੱਬੇ 'ਚ 10 ਲੱਖ ਲੋਕ ਇਕੱਠੇ ਹੋਏ ਸੀ। ਉਸ ਗੱਲ ਨੂੰ ਜੇ ਕਿਤੇ ਲੌਜੀਕਲ ਕਲਮੀਨੇਸ਼ਨ ਤੇ ਜਾਂਦਾ ਤੇ ਮੇਰਾ ਖਿਆਲ ਪੰਜਾਬ ਦਾ ਕੋਈ ਸੁਧਾਰ ਹੁੰਦਾ। ਪਰ ਕੋਈ ਵੀ ਉਦੋਂ ਜਿਸ ਤਰ੍ਹਾਂ ਕਹਿੰਦੇ ਨਾ, ਵਾਰਿਸ਼ਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਲੋਕਾਂ ਵੱਲੋਂ ਕੋਆਪਰੇਸ਼ਨ ਦੀ ਕੋਈ ਕਮੀ ਨਹੀਂ ਹੈ, ਲੋਕੀ ਬਾਰ-ਬਾਰ ਕੋਆਪਰੇਸ਼ਨ ਦਿੰਦੇ ਆ। ਇੱਕ ਲੀਡਰਸ਼ਿਪ ਨਹੀਂ ਮਿਲ ਰਹੀ, ਜਿਹਦੇ ਕਰਕੇ ਪੰਜਾਬ ਬਾਰ-ਬਾਰ ਪਿੱਛੇ ਧੱਕਿਆ ਜਾਂਦਾ। ਔਰ ਇਸ ਗੱਲ ਦੀ ਮੈਂ ਤੁਹਾਨੂੰ ਫਿਰ ਬੜੇ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ, ਇੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ। ਰਾਜਨੀਤੀ ਹੋਣੀ ਆ, ਉਹ ਪਹਿਲਾਂ ਵੀ ਹੋ ਰਹੀ ਹੈ। ਅਗਲੇ ਸਾਲ ਉਹ ਅਗਲੇ ਤੋਂ ਅਗਲੇ ਸਾਲ ਚੋਣਾਂ ਆ, ਅਗਲੇ ਸਾਲ ਇਹਨਾਂ ਨੇ ਕੋਈ ਛਾਂਗਣ ਮੰਗਣ ਕਰਨਾ, 1-2 ਬੰਦੇ ਫੜ ਕੇ ਅੰਦਰ ਦੇਣਗੇ ਤਾਂ ਕਿ ਇੰਪ੍ਰੈਸ਼ਨ ਇਹ ਹੋ ਜਾਏ ਕਿ ਦੇਖੋ ਜੀ ਬਹੁਤ ਤਗੜਾ ਐਕਸ਼ਨ ਕੀਤਾ, ਬਹੁਤ ਤਗੜਾ ਐਕਸ਼ਨ ਕੀਤਾ, ਔਰ ਉਸ ਦਾ ਵੋਟਾਂ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਨਗੇ। ਬਸ ਇੰਨੀ ਚਾਲ ਆ, ਹੋਰ ਇਹ ਤੋਂ ਵੱਧ ਕੱਖ ਨਹੀਂ ਹੈ। ਪਰ ਇਹ ਜਿਹੜਾ ਬੰਦਾ ਫੜਿਆ, ਇੰਨੀ ਮੈਂ ਗੱਲ ਖਬਰ ਦੇ ਤੌਰ ਤੇ ਜ਼ਰੂਰ ਦੇ ਦਾਂ ਕਿ ਇਹਦੀ ਬੰਦੂਕ ਦੇ ਨਾਲ ਪੁਲਿਸ ਦੀ ਜਿਪਸੀ ਦੇ ਵਿੱਚ ਇਹਦੇ ਘਰੋਂ ਹੀ ਫੜ ਕੇ ਗੋਲੀਆਂ ਮਾਰੀਆਂ ਗਈਆਂ ਸੀ। ਦੱਸਣ ਲਈ ਇਹ ਕਿ ਇਹ ਗੋਲੀਆਂ ਜਿਹੜੀਆਂ ਲੋਕਾਂ ਨੇ ਚਲਾਈਆਂ, ਇਹ ਬਰਾਬਰ ਦਾ ਮੁਕਾਬਲਾ ਬਣਾਇਆ ਜਾ ਸਕੇ, ਜਿਵੇਂ ਪੁਲਿਸ ਹਮੇਸ਼ਾ ਕਰਦੀ ਹੈ। ਇਹ ਤੇ ਸਾਡੀ ਹਾਲ ਹੈ। ਹਾਂ ਬਿਲਕੁਲ, ਉਹ ਇਹ ਤੇ ਪੁਲਿਸ ਤੇ ਹੋਰ ਵੀ ਮਾੜੀ ਗੱਲ ਹੈ ਕਿ ਤੁਸੀਂ ਲੋਕਾਂ ਤੇ ਗੋਲੀ ਚਲਾ ਕੇ ਲੋਕਾਂ ਨੂੰ ਸ਼ਹੀਦ ਵੀ ਕਰੋ ਔਰ ਨਾਲ ਫਿਰ ਆਪ ਵੀ ਜਿੰਦਾ ਸ਼ਹੀਦ ਬਣਨ ਦੀ ਕੋਸ਼ਿਸ਼ ਕਰੋ। ਇਹ ਬਹੁਤ ਮਾੜੀ ਗੱਲ ਹੈ ਮਨਦੀਪ ਜੀ। ਪ੍ਰੋਫੈਸਰ ਸਾਹਿਬ, ਹੁਣ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਵਿਰਾਸਤੀ ਯਾਦਗਾਰਾਂ ਸਰਕਾਰੀ ਗੈਸਟ ਹਾਊਸ ਹੁਣ ਪ੍ਰਾਈਵੇਟ ਮੈਨੇਜਮੈਂਟ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ। ਮੁੱਖ ਸਕੱਤਰ ਵੱਲੋਂ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਮੀਟਿੰਗ ਹੋਈ ਇਸ ਸੰਬੰਧ ਵਿੱਚ। ਮੈਂ ਤੁਹਾਨੂੰ ਪਹਿਲਾਂ ਤਾਂ ਇਹ ਕਹਿ ਚੁੱਕਾ ਕਿ ਕਾਂਗਰਸ ਕਿਸੇ ਗੱਲੋਂ ਘੱਟ ਨਹੀਂ ਹੈਗੀ, ਕਿ ਇਹ ਵੀ ਉਸੇ ਚਾਲ ਹੀ ਚੱਲਦੀ ਹੈ, ਧੀਮੀ ਚੱਲਦੀ ਥੋੜਾ ਜਿਹਾ, ਜਾਨੀ ਛਿਪ ਕੇ ਚੱਲਦੀ ਹੈ। ਤੇ ਜਿਹੜੇ ਮੋਦੀ ਜੀ ਆ ਉਹ ਦਹਾੜ ਕੇ ਚੱਲਦੇ, ਸਿੱਧਾ ਨੰਗੇ ਚਿੱਟਾ ਚੱਲਦੇ ਆ, ਪਰ ਇਹ ਹੌਲੀ ਹੌਲੀ ਬਿੱਲੀ ਵਾਂਗੂ ਚੱਲਦੇ ਆ। ਪਰ ਕੰਮ ਇੱਕੋ ਹੀ ਹੈ। ਇਹ ਦੇਖੋ ਕੀ ਕੰਮ ਆ ਹੁਣ ਜੀ, ਤੁਸੀਂ ਕੀ ਆਪਣੀਆਂ ਜਿਹੜੀ ਯਾਦਗਾਰੀ ਬਣੀਆਂ ਜਾਂ ਚੱਪੜਚਿੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬੜੀ ਸੋਹਣਾ ਤੁਸੀਂ ਫੋਟੋ ਦਿਖਾ ਰਹੇ, ਮੈਂ ਮੇਰੇ ਬਿਲਕੁਲ ਨੇੜੇ ਪੈਂਦਾ, ਮੈਂ ਵਿਜ਼ਿਟ ਵੀ ਕਰਦਾ ਰਹਿਣਾ। ਇਸ ਨੂੰ ਵੀ ਤੁਸੀਂ ਸਾਂਭ ਸੰਭਾਲ ਨਹੀਂ ਕਰ ਸਕਦੇ। ਕਾਹਦੀਆਂ ਸਰਕਾਰਾਂ ਹੈ, ਤੁਸੀਂ ਆਪਣੇ ਵਿਰਸੇ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ। ਇਹ ਅਕਾਲੀ ਦਲ ਦੀ ਤੇ ਤਾਰੀਫ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਸੀ, ਅਸੀਂ ਵੀ ਕਰਦੇ ਹਾਂ ਕਿ ਉਹਨਾਂ ਨੇ ਇਸ ਗੱਲ ਤੇ ਕਾਫੀ ਪੈਸੇ ਖਰਚ ਕਰਕੇ ਅਨੰਦਪੁਰ ਸਾਹਿਬ ਦੇ ਵਿੱਚ ਵੀ, ਇੱਥੇ ਵੀ ਹੋਰ ਯਾਦਗਾਰਾਂ ਬਣਾਈਆਂ। ਉਹਦਾ ਬਿਲਕੁਲ ਤੇ ਬਿਲਕੁਲ ਕੋਈ ਵੀ ਨਿੱਜੀਕਰਨ ਨਹੀਂ ਹੋਣਾ ਚਾਹੀਦਾ। ਕਹਿ ਤੇ ਰਹੇ ਆ PPP ਮੋਡ, ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਹੋਊਗੀ, ਜਾਨੀ ਬਣਿਆ ਬਣਾਇਆ ਸਰਕਾਰ ਦੇ ਖਰਚੇ ਤੇ ਲੋਕਾਂ ਦੇ ਪੈਸੇ ਨਾਲ ਬਣਿਆ ਬਣਾਇਆ ਕੋਈ ਵੀ ਜਿਹੜੀ ਇਹੋ ਜਿਹੇ, ਭਾਵੇਂ ਉਹ ਗੈਸਟ ਹਾਊਸ ਆ, ਉਹਨਾਂ ਦੀ ਵੀ ਗੱਲ ਕਰ ਰਹੇ, 4 ਜ਼ਿਲ੍ਹਿਆਂ ਦੇ ਸਰਕਾਰੀ ਗੈਸਟ ਹਾਊਸ ਆ ਜਿਹੜੇ, ਔਰ ਇਸੇ ਤਰੀਕੇ ਨਾਲ ਇਹ ਯਾਦਗਾਰਾਂ ਨੂੰ ਵੀ ਇਹ ਪ੍ਰਾਈਵੇਟ ਲੋਕਾਂ ਨੂੰ ਦੇਣਾ ਚਾਹੁੰਦੇ ਆ। ਉਹ
ਵੱਡੇ ਮੁੜ ਕੇ ਇਹਦੇ ਤੇ ਟੈਕਸ ਲਾਉਣਗੇ, ਸਾਡੇ ਤੇ ਸਾਡੀਆਂ ਟਿਕਟਾਂ ਲਾਉਣਗੇ, ਹੋਰ ਕਈ ਕਿਸਮ ਦੇ ਤਮਾਸ਼ੇ ਹੋਣਗੇ। ਮੇਰਾ ਖਿਆਲ ਤੇ ਹੈ ਕਿ ਸਰਕਾਰ ਨੂੰ ਜਿਹੜੀਆਂ ਸਰਕਾਰ ਦੀਆਂ ਆਪਣੀਆਂ ਬਿਲਡਿੰਗਾਂ ਜਗ੍ਹਾ ਵਧੀਆ ਥਾਂ ਤੇ ਗੈਸਟ ਹਾਊਸ ਬਣੇ ਹੋਏ ਆ, ਉਹਨਾਂ ਨੂੰ ਤੁਸੀਂ ਕਿਉਂ ਫੜਾਉਣਾ ਚਾਹੁੰਦੇ ਆ ਵੀ ਉਹ ਜ਼ਮੀਨ ਅਡੱਪਣਾ ਚਾਹੁੰਦੇ ਆ? 4 ਤਾਰੇ 5 ਤਾਰੇ ਉੱਥੇ ਹੋਟਲ ਬਣਨਗੇ ਕੱਲ ਨੂੰ, ਮੈਂ ਤੁਹਾਨੂੰ ਅੱਜ ਕਹਿ ਦੇਣਾ, ਤੁਸੀਂ ਦੇਖ ਲਿਓ ਹੋਰ ਵੀ ਸਾਲਾਂ। ਇਹ ਪ੍ਰਾਈਵੇਟ ਲੋਕ ਤੇ ਐਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨ ਜਿਹੜੀ ਉਹ ਬੜੀ ਪ੍ਰਾਈਮ ਜਗ੍ਹਾ ਤੇ ਹੈਗੀ ਆ ਫਿਰੋਜ਼ਪੁਰ ਰੋਡ ਦੇ ਨਾਲ, ਉਹਦੇ ਤੇ ਕਿੰਨੀ ਵਾਰੀ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਅਜੇ ਤੱਕ ਬਚੀ ਹੋਈ ਆ, ਕਿਸੇ ਨਾ ਕਿਸੇ ਤਰੀਕੇ ਨਾਲ ਬਚੀ ਹੋਈ ਆ। ਕਈਆਂ ਵੀਸੀਜ਼ ਨੂੰ ਵੀ ਆਪਣੀ ਉਹਦੀ ਸੈਕਰੀਫਾਈਸ ਆਪਣੀ ਪੋਜੀਸ਼ਨ ਦੀ ਕਰਨੀ ਪਈ ਇਸ ਰੌਲੇ 'ਚ। ਇਸ ਕਰਕੇ ਇਹ ਬੰਦ ਹੋਣਾ ਚਾਹੀਦਾ, ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਅਕਾਲੀ ਹੋਣ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੀ ਵੀ ਗੱਲ ਕਰ ਲਈਏ ਤਾਂ 11ਵੇਂ ਦਿਨ ਲਗਾਤਾਰ ਵਾਧਾ ਹੋਇਆ ਜੀ। 6 ਰੁਪਏ 2 ਪੈਸੇ ਪੈਟਰੋਲ ਦੀ ਕੀਮਤ ਵਿੱਚ ਹੁਣ ਤੱਕ ਵਾਧਾ ਹੋ ਗਿਆ ਜੀ 11 ਦਿਨਾਂ ਵਿੱਚ, ਤੇ 6 ਰੁਪਏ 40 ਪੈਸੇ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਹੋ ਗਿਆ ਜੀ। ਮੈਂ ਤੁਹਾਨੂੰ ਬਿਲਕੁਲ ਕਹਿਣਾ ਕਿ ਜੋ ਲਦਾਖ ਦੇ ਵਿੱਚ ਹੋ ਰਿਹਾ ਹੈ, ਗੈਲਵਨ ਵੈਲੀ ਦੇ ਵਿੱਚ ਹੋ ਰਿਹਾ, ਉਹਦੇ ਨਾਲੋਂ ਘੱਟ ਕਿਸੇ ਵੀ ਤਰੀਕੇ ਨਾਲ ਇਹ ਜਿਹੜੀ ਅੱਗ ਪੈਟਰੋਲ ਨੂੰ ਲਗਾਤਾਰ ਲਾਈ ਜਾ ਰਹੀ ਹੈ, ਇਹ ਘੱਟ ਨਹੀਂ ਹੈ, ਬਹੁਤ ਹੀ ਮਾਰੂ ਸਾਬਤ ਹੋਊਗੀ। ਮੈਨੂੰ ਤੇ ਕਈ ਵਾਰੀ ਇਹ ਲੱਗਦਾ ਕਿ ਜੇ ਨਹੀਂ ਦੇਸ਼ ਸੰਭਿਆ ਜਾਂਦਾ ਮੋਦੀ ਜੀ ਕੋਲੋਂ, ਅਮਿਤ ਸ਼ਾਹ ਕੋਲੋਂ, ਪਰਾਂ ਹੋ ਜਾਣ ਕਿਸੇ ਹੋਰ ਨੂੰ। ਬੀਜੇਪੀ ਦੇ ਵਿੱਚ ਕੀ ਹੋਰ ਕੋਈ ਬੰਦਾ ਨਹੀਂ ਹੈਗਾ, ਜਾਂ ਐਨਡੀਏ ਸਾਰੀ ਇੰਨੀਆਂ 27 28 ਪਤਾ ਨਹੀਂ ਕਿੰਨੇ ਨੰਬਰ ਪਾਰਟੀਆਂ ਦਾ ਛੋਟੀਆਂ ਮੋਟੀਆਂ ਪਾ ਕੇ ਚੰਗੇ ਬੰਦੇ, ਕੰਪੀਟੈਂਟ ਬੰਦੇ ਲੱਭ ਕੇ ਜਿਨ੍ਹਾਂ ਨੂੰ ਬੇਸਿਕ ਇਕਨੋਮਿਕਸ ਤੇ ਆਉਂਦੀ ਹੋਵੇ, ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਇਹ ਦੇਸ਼ ਨੂੰ ਬਿਲਕੁਲ ਤਬਾਹੀ ਵੱਲ ਨੂੰ ਪਹੁੰਚਾ ਰਹੇ ਆ। ਔਰ ਜੇ ਇਸੇ ਤਰੀਕੇ ਨਾਲ ਜੇ 11ਵੇਂ ਦਿਨ ਇਹ ਜਾਰੀ ਰਿਹਾ, ਜੋ ਹੋਰ ਇਹਨਾਂ ਨੇ 5-5 ਰੁਪਏ ਵਧਾਤਾ, ਮੇਰਾ ਤੇ ਖਿਆਲ ਦੇਸ਼ ਦੇ ਵਿੱਚ ਕਦੀ ਵੀ ਇੰਨੀ ਉੱਚੀ ਕੀਮਤ ਪੈਟਰੋਲ ਤੇ ਡੀਜ਼ਲ ਦੀ ਨਹੀਂ ਸੀਗੀ ਜਿੰਨੀ ਅੱਜ ਕਰ ਦਿੱਤੀ ਹੈ, ਹਾਈਐਸਟ ਹੋਊਗੀ। ਇਸ ਕਰਕੇ ਇੱਕ ਪਾਸੇ ਕਰੋਨਾ ਦਾ ਨਵਾਂ ਵਧੀ ਜਾਂਦਾ, ਅੱਜ ਦੀ ਡੇਟ ਦੇ ਵਿੱਚ ਤਕਰੀਬਨ 13,000 ਜਿਹੜੇ ਨਵੇਂ ਕੇਸ ਆਏ ਆ। ਹੌਲੀ ਹੌਲੀ ਅਸੀਂ 15,000 20,000 ਡੇਲੀ ਕੇਸ ਵੱਲ ਨੂੰ ਜੇ ਵਧੀ ਜਾਵਾਂਗੇ, ਦੂਜੇ ਪਾਸੇ ਇੱਧਰ ਕਾਫੀਆ ਤੰਗ ਕਰੀ ਜਾਵਾਂਗੇ, ਲੋਕਾਂ ਦਾ ਸਿਵਲ ਵਾਰ ਵੱਲ ਨੂੰ ਜਿਹੜੀ ਆ ਖਾਨਾ ਜੰਗੀ ਵੱਲ ਨੂੰ ਜਿਹੜਾ ਦੇਸ਼ ਨੂੰ ਧੱਕਿਆ ਜਾ ਰਿਹਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਡਕੈਤੀਆਂ ਹੋ ਰਹੀਆਂ, ਕੱਲ 3 ਸਾਡੇ ਇੱਥੇ ਨਾਲ ਹੀ ਮਹਾਲੀ ਦੇ ਵਿੱਚ 3 ਫੇਜ਼ ਦੇ ਵਿੱਚ ਕੱਲ ਇੱਕ ਬੈਂਕ ਲੁੱਟ ਕੇ 5.5 ਲੱਖ 4,80,000 ਰੁਪਇਆ 2 ਮਿੰਟਾਂ ਦੇ ਅੰਦਰ ਲੁੱਟ ਕੇ ਲੈ ਗਏ ਬੰਦੇ ਚਾਕੂ ਦੇ ਨਾਲ। ਇਹ ਗੱਲਾਂ ਬਹੁਤ ਵਧਣਗੀਆਂ ਰੋਜ਼, ਮੈਂ ਇਹ ਕਹਿੰਦਾ। ਇਸ ਕਰਕੇ ਇੰਜ ਨਾ ਕਰੋ, ਇਕਨੋਮੀ ਨੂੰ ਸਾਂਭੋ, ਲੋਕਾਂ ਨੂੰ ਜਿਹੜਾ ਤਾਂ ਕਿ ਮਾੜਾ ਮੋਟਾ ਰੁਜ਼ਗਾਰ ਜਿਹੜਾ ਬਚਿਆ ਉਹ ਬਚਿਆ ਰਹੇ, ਨਹੀਂ ਤੇ ਇਹ ਬਹੁਤ ਹੀ ਕਾਫੀਆ ਤੰਗ ਹੋਣ ਵਾਲੀ ਗੱਲ ਹੋ ਰਹੀ ਹੈ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਤੁਸੀਂ ਵੀ ਕੋਵਿਡ ਸੰਕਟ ਦੀ ਗੱਲ ਕੀਤੀ ਹੈ ਜੋ ਲਗਾਤਾਰ ਵੱਧ ਰਿਹਾ ਨਾ। ਇਸ ਸੰਕਟ ਦੌਰਾਨ ਡਾਕਟਰਾਂ ਦੀ ਭੂਮਿਕਾ ਬੜੀ ਸਲਾਹਣਯੋਗ ਹੈ ਜੀ, ਜਿਨ੍ਹਾਂ ਨੇ ਕਿ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਹਨਾਂ ਦਿਨਾਂ ਦੇ ਵਿੱਚ ਮਰੀਜ਼ਾਂ ਦੀ ਸੇਵਾ ਕੀਤੀ ਹੈ। ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਡਾਕਟਰਾਂ ਨੂੰ ਤਨਖਾਹ ਦੇਣ ਦੀ ਗੱਲ ਆਦੇਸ਼ ਦਿੱਤੇ ਨੇ। ਉਹਨਾਂ ਨੇ ਸਾਰੇ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਨੂੰ ਆਗਿਆ ਦਿੱਤੀ ਹੈ ਕਿ ਕਿਸੇ ਵੀ ਡਾਕਟਰ ਦੀ ਤਨਖਾਹ ਜਿਹੜੀ ਹੈ ਉਹ ਨਾ ਰੋਕੀ ਜਾਵੇ। ਇਹ ਬਿਲਕੁਲ ਇਹ ਬਹੁਤ ਟਾਈਮਲੀ ਹੈਗਾ। ਮੇਰਾ ਖਿਆਲ ਇਹੋ ਜਿਹੇ ਦਫ਼ਤਰ ਜਦ ਤੱਕ ਪੈਣਗੇ ਪੈਂਦਾ ਨਹੀਂ ਰਵੇ। ਇਹ ਸਾਡੇ ਜਿਹੜੇ ਪ੍ਰਾਈਵੇਟ ਅਦਾਰੇ ਖਾਸ ਕਰਕੇ ਉਹ ਸਮਝਦੇ ਨਹੀਂ ਹੈ। ਪਿੱਛੇ ਜੇ ਉਹਨਾਂ ਨੇ ਹੜਤਾਲ ਕੀਤੀ, ਉਹਨਾਂ ਨੇ ਨੋਟਿਸ ਦੇ ਦਿੱਤਾ ਸੀ ਡਾਕਟਰਾਂ ਨੇ ਦਿੱਲੀ ਦੇ ਅੰਦਰ ਹੀ ਕਿ ਸਾਨੂੰ 3-3 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ, ਲੋਕ ਸਾਨੂੰ ਰਹਿਣ ਨਹੀਂ ਦਿੰਦੇ, ਲੋਕ ਸਾਨੂੰ ਛੰਨ ਕਰਦੇ, ਥੋੜਾ ਇਹ ਸਮਝਦੇ ਆ ਕਿ ਇਹ ਪਤਾ ਨਹੀਂ ਕੋਵਿਡ ਨਾਲ ਜਿਹੜਾ ਕਰੋਨਾ ਵਾਇਰਸ ਨਾਲ ਲੈ ਕੇ ਤੁਰੇ ਫਿਰਦੇ ਆ। ਤੇ ਅਸੀਂ ਮਤਲਬ ਸੇਵਾ ਕਰਨੀ ਚਾਹੁੰਦੇ ਆ ਤੇ ਸਾਨੂੰ ਇਸ ਤਰੀਕੇ ਨਾਲ ਕਿਉਂ ਟ੍ਰੀਟ ਕੀਤਾ ਜਾਂਦਾ? ਇਹ ਵਿੱਚ ਸੁਪਰੀਮ ਕੋਰਟ ਨੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੇ ਕਿਹਾ ਕਿ ਇਸ ਨੂੰ ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਆ ਉਹਦੇ ਥੱਲੇ ਇਸ ਨੂੰ ਕ੍ਰਿਮੀਨਲ ਕਰਾਰ ਦਿੱਤਾ ਜਾਵੇ। ਜੇ ਤਨਖਾਹਾਂ ਨਹੀਂ ਦਿੱਤੀਆਂ, ਸਰਕਾਰ ਸ਼ਾਇਦ ਇਹੋ ਜਿਹਾ ਵੀ ਕੋਈ ਕਾਨੂੰਨ ਲੈ ਕੇ ਆਵੇ ਕਿ ਜੇ ਕੋਈ ਤਨਖਾਹ ਨਹੀਂ ਦਿੰਦਾ ਉਹਨਾਂ ਤੇ ਕ੍ਰਿਮੀਨਲ ਕੇਸ ਕੀਤਾ ਜਾਊਗਾ, ਉਹਨਾਂ ਦੀਆਂ ਮੈਨੇਜਮੈਂਟਾਂ ਦੇ, ਭਾਵੇਂ ਉਹ ਸਰਕਾਰੀ ਕਾਲਜ ਹੋਵੇ ਜਾਂ ਗੌਰਮੈਂਟ ਹੋਵੇ ਜਾਂ ਪ੍ਰਾਈਵੇਟ ਅਦਾਰੇ ਹੋਣ। ਇਹ ਬਿਲਕੁਲ ਸਹੀ ਹੈ ਕਿ ਇਹਨਾਂ ਹਾਲਾਤਾਂ 'ਚ ਤੁਸੀਂ ਇਹ ਕੰਮ ਜਿਹੜਾ ਕਰਨਾ ਕਿ ਨਰਸਾਂ ਨੂੰ ਜਾਂ ਹੋਰਨਾਂ ਨੂੰ ਇਸ ਕਿਸਮ ਦੀ ਤਨਖਾਹ ਨਾ ਦੇਣੀ। ਤੁਸੀਂ ਦੇਖਿਆ ਹੋਣਾ ਪਟਿਆਲੇ 'ਚ ਕੱਲ ਫਿਰ 11 ਕੇਸ ਰਜਿੰਦਰ ਹਸਪੀਟਲ ਦੇ ਵਿੱਚ ਆਏ ਆ ਜਿਨ੍ਹਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਨਿਕਲੇ ਆ। ਉਹਨਾਂ ਨੇ ਨਰਸਾਂ ਨੇ ਕੱਲ ਰਾਤ ਨੂੰ 9 ਵਜੇ ਫਿਰ ਹੜਤਾਲ ਵੀ ਕੀਤੀ ਕਿ ਸਾਨੂੰ ਤੁਸੀਂ ਕੈਜੂਅਲੀ ਰੱਖਿਆ, ਸਾਨੂੰ ਤੁਸੀਂ ਬਿਲਕੁਲ ਦਿਹਾੜੀਦਾਰਾਂ ਵਾਂਗੂ ਤੁਸੀਂ ਵਰਤਦੇ ਆ। ਇਹ ਸਾਰੀ ਸਾਂਭ ਸੰਭਾਲ ਡਾਕਟਰਾਂ ਦੀ, ਨਰਸਾਂ ਦੀ, ਹੋਰ ਸਾਡੇ ਜਿਹੜੇ ਯੋਧੇ ਹੈਗੇ ਆ ਕਰੋਨਾ ਵਾਇਰਸ ਨੂੰ ਲੜ ਰਹੇ, ਉਹਨਾਂ ਸਾਰਿਆਂ ਦਾ ਵੱਲ ਧਿਆਨ ਦੇਣਾ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ। ਮੰਦੀ ਜੀ ਪ੍ਰੋਫੈਸਰ ਸਾਹਿਬ, ਸਰਕਾਰਾਂ ਦਾ ਫਰਜ਼ ਗਣਾਉਂਦੇ ਸਾਡਾ ਸ਼ੋਅ ਜਿਹੜਾ ਖਤਮ ਹੋ ਜਾਂਦਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਆਪਣਾ ਫਰਜ਼ ਪਛਾਣੇਗੀ ਵੀ। ਸੱਚਮੁੱਚ ਉਹ ਦਿਨ ਆਏਗਾ ਕਿ ਸਰਕਾਰਾਂ ਆਪਣੇ ਫਰਜ਼ ਪਛਾਣਨਾ ਸ਼ੁਰੂ ਕਰ ਦੇਣਗੀਆਂ ਤਾਂ ਮੈਨੂੰ ਲੱਗਦਾ ਹੈ ਕਿ ਉਦੋਂ ਹੀ ਧਰਤੀ ਇਹ ਰਹਿਣ ਯੋਗ ਬਣੇਗੀ, ਕਿਉਂਕਿ ਹੁਣ ਤਾਂ ਕੋਈ ਹਾਲ ਨਹੀਂ, ਨਾ ਕਾਨੂੰਨੀ ਵਿਵਸਥਾ ਦਾ ਕੋਈ ਹਾਲ ਹੈ, ਨਾ ਸਰਕਾਰੀ ਪ੍ਰਸ਼ਾਸਨ ਦਾ ਕੋਈ ਹਾਲ ਹੈ, ਕਿ ਹਰ ਇੱਕ ਪਾਸੇ ਜਿਹੜੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਫਿਲਹਾਲ ਪ੍ਰੋਗਰਾਮ ਨੂੰ ਖਤਮ ਕਰਨ ਦਾ ਸਮਾਂ ਹੋ ਗਿਆ। ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ।
ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਤੁਹਾਡੀ ਸਾਰੀ ਟੀਮ ਦਾ, ਸਾਡੇ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਦਰਸ਼ਕਾਂ ਦਾ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆ ਗਿਆ। ਸਤਿ ਸ੍ਰੀ ਅਕਾਲ ਜੀ।